जी। ਸੁਲੇਮਾਨ ਦਾ ਜਨਮ। ਫਿਰ ਦਾਊਦ ਨੇ ਜਾ ਕੇ ਆਪਣੀ ਪਤਨੀ ਬਤਸ਼ਬਾ ਨੂੰ ਤਸੱਲੀ ਦਿੱਤੀ। ਤਦ ਉਸਨੇ ਉਹਦੇ ਨਾਲ ਸੰਗ ਕੀਤਾ ਤੇ ਉਹ ਗਰਭਵਤੀ ਹੋ ਕੇ ਇੱਕ ਪੁੱਤਰ ਨੂੰ ਜਨਮ ਦਿੱਤਾ। ਦਾਊਦ ਨੇ ਆਪਣੇ ਪੁੱਤਰ ਦਾ ਨਾਂ ਸੁਲੇਮਾਨ ਰੱਖਿਆ। ਪ੍ਰਭੂ ਉਸ ਨੂੰ ਪਿਆਰ ਕਰਦਾ ਸੀ, ਇਸ ਲਈ ਪ੍ਰਭੂ ਨੇ ਨਾਥਾਨ ਨੂੰ ਘੱਲ ਕੇ ਉਸ ਦਾ ਨਾਂ ਯਦੀਆ ਰੱਖਿਆ। ਦਾਊਦ ਦਾ ਰਬਾਹ ਤੇ ਕਬਜ਼ਾ। ਤਦ ਯੋਆਬ ਨੇ ਅਮੋਨੀਆਂ ਦੀ ਰਾਜਧਾਨੀ ਰਬਾਹ ਉੱਤੇ ਕਬਜ਼ਾ ਕਰਨ ਲਈ ਹੱਲਾ ਬੋਲਿਆ। ਉਸਨੇ ਦਾਊਦ ਕੋਲ ਇਹ ਸੰਦੇਸ਼ ਘੱਲਿਆ, ਮੈਂ ਰਬਾਹ ਉੱਤੇ ਹੱਲਾ ਬੋਲ ਕੇ ਉਸਦੇ ਪਾਣੀਆਂ ਉੱਤੇ ਕਬਜ਼ਾ ਕਰ ਲਿਆ ਹੈ। ਇਸ ਲਈ ਹੁਣ ਤੂੰ ਬਾਕੀ ਦੀ ਸੈਨਾ ਇਕੱਠੀ ਕਰ ਅਤੇ ਆ ਕੇ ਇਸ ਨੂੰ ਆਪਣੇ ਕਬਜ਼ੇ ਵਿੱਚ ਕਰ ਲੈ। ਮੈਂ ਨਹੀਂ ਚਾਹੁੰਦਾ ਕਿ ਮੈਂ ਉਸ ਉੱਤੇ ਕਬਜ਼ਾ ਕਰਾਂ ਤੇ ਇਹ ਮੇਰੇ ਨਾਂ ਤੇ ਅਖਵਾਵੇ। ਇਸ ਲਈ ਦਾਊਦ ਨੇ ਆਪਣੀ ਸੈਨਾ ਇਕੱਠੀ ਕਰਕੇ ਰਬਾਹ ਉੱਤੇ ਹੱਲਾ ਬੋਲ ਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਦਾਊਦ ਨੇ ਅਮੋਰੀਆਂ ਦੇ ਰਾਜੇ ਦਾ ਸੋਨੇ ਦਾ ਤਾਜ ਉਸਦੇ ਸਿਰ ਤੋਂ ਲਾ ਲਿਆ, ਜਿਸ ਦਾ ਭਾਰ 35 ਕਿਲੋ ਸੀ ਅਤੇ ਉਸ ਵਿੱਚ ਇੱਕ ਬਹੁਮੁੱਲਾ ਹੀਰਾ ਲੱਗਿਆ ਹੋਇਆ ਸੀ। ਦਾਊਦ ਨੇ ਉਹ ਤਾਜ ਲੈ ਕੇ ਆਪਣੇ ਸਿਰ ਉੱਤੇ ਰੱਖਿਆ ਤੇ ਰਬਾਹ ਵਿੱਚੋਂ ਬਹੁਤ ਸਾਰਾ ਹੋਰ ਮਾਲ ਵੀ ਲੁੱਟਿਆ। ਦਾਊਦ ਨੇ ਰਬਾਹ ਨਿਵਾਸੀਆਂ ਕੋਲੋਂ ਤਰ੍ਹਾਂ ਤਰ੍ਹਾਂ ਦੇ ਕੰਮ ਲੈਣੇ ਸ਼ੁਰੂ ਕੀਤੇ, ਲੱਕੜੀ ਚੀਰਨ ਦਾ, ਲੋਹਾ ਕੁੱਟਣ ਦਾ, ਇੱਟਾਂ ਪੱਥਣ ਆਦਿ ਦਾ। ਉਸਨੇ ਇਹੋ ਜਿਹੇ ਕੰਮ ਹੋਰ ਥਾਵਾਂ ਦੇ ਅਮੋਨੀ ਲੋਕਾਂ ਤੋਂ ਵੀ ਲਾਏ। ਫਿਰ ਉਹ ਆਪਣੀ ਸੈਨਾ ਨਾਲ ਵਾਪਸ ਯਰੂਸ਼ਲਮ ਵਿੱਚ ਮੁੜ ਆਇਆ। ਆਮੀਨ। ਆਮੀਨ। ਬੜੀ ਅਜੀਬ ਚੀਜ਼ ਹੈ ਨਾ। ਜਿਹੜੇ ਅਮੋਨੀ ਲੋਕ ਸੀਗੇ, ਇਹ ਲੂਤ ਦੀ ਸੰਤਾਨ ਸੀ। ਇੱਕ ਉਸਦੇ ਪੁੱਤਰ ਦਾ ਨਾਮ ਮੁਆਬ ਸੀ, ਦੂਸਰੇ ਦਾ ਅਮੋਨ ਸੀ, ਐਮਨ ਸੀ। ਸੋ ਅਮੋਨੀ ਮੁਆਬੀ ਉਸ ਤੋਂ ਪੈਦਾ। ਲੂਤ ਆਪਣੇ ਚਾਚੇ ਤੋਂ ਇਸ ਕਰਕੇ ਦੌੜਾ ਸੀਗਾ ਕਿ ਜਿਹੜੀ ਵਾਦੀ ਦੇ ਵਿੱਚ ਮੈਂ ਜਾ ਰਿਹਾ ਉਹ ਹਰੀ ਭਰੀ ਔਰ ਉੱਥੇ ਮੈਂ ਖੂਬ ਬਿਜ਼ਨਸ ਕਰੂੰਗਾ। ਔਰ ਜਿਸ ਲਈ ਉਸਦੇ ਚਾਚੇ ਨੇ ਉਸਨੂੰ ਕਿਹਾ ਕਿ ਤੂੰ ਚੁਣ ਲਾ, ਜੇ ਤੂੰ ਖੱਬੇ ਜਾਏਗਾ ਮੈਂ ਸੱਜੇ ਚਲ ਜਾਊਂਗਾ, ਜੇ ਤੂੰ ਅੱਗੇ ਨੂੰ ਜਾਏਗਾ ਤਾਂ ਮੈਂ ਪਿੱਛੇ ਨੂੰ ਚਲ ਜਾਊਂਗਾ। ਅਸੀਂ ਵੱਖ ਹੋ ਗਏ ਤੇ ਉਸਨੇ ਦੇਖਿਆ ਕਿ ਸਦੋਮ ਤੇ ਗਮੋਰਾ ਦਾ ਜਿਹੜਾ ਇਲਾਕਾ ਹੈ ਉਹ ਹਰਿਆ ਭਰਿਆ, ਸ਼ੀਤਲ ਪਾਣੀ ਉੱਥੋਂ ਦੀ ਵਗਦੇ ਪਏ। ਉਸਨੇ ਕਿਹਾ ਮੈਂ ਇੱਧਰ ਨੂੰ ਜਾਣਾ। ਲਾਲਚ ਕੀ ਸੀਗਾ ਕਿ ਸਦੋਮ ਤੇ ਗਮੋਰਾ ਦੇ ਵਿੱਚ ਜਿਸ ਲਈ ਉੱਥੇ ਦੇ ਬਿਜ਼ਨਸਮੈਨ ਮੇਰੇ ਕੋ ਇੱਥੇ ਭੇਡਾਂ ਦੀ ਉਹਨਾਂ ਲੈਣ ਆਉਂਦੇ ਤਾਂ ਮੈਨੂੰ ਘੱਟ ਪੈਸੇ ਦਿੰਦੇ ਆ, ਲੇਕਿਨ ਜਿਸ ਲਈ ਮੈਂ ਉਹਨਾਂ ਦੇ ਲਾਗੇ ਹੋਊਂਗਾ ਤਾਂ ਮੈਂ ਮੂੰਹ ਮੰਗੀ ਕੀਮਤ ਮੰਗ ਸਕਦਾ। ਪਰ ਉਹਨਾਂ ਨੇ ਕਦੀ ਸਵੀਕਾਰ ਨਹੀਂ ਉਸਨੂੰ ਕੀਤਾ। ਜੇ ਅਬਰਾਹਮ ਦੀ ਸੰਤਾਨ ਨੇ ਇੱਟਾਂ ਬਣਾਈਆਂ ਤੇ ਅੱਜ ਉਹ ਅਬਰਾਹਮ ਦੀ ਸੰਤਾਨ ਦੇ ਲਈ ਇੱਟਾਂ ਬਣਾਉਂਦੇ ਪਏ। Now that is the main point ਇਸ ਹਿੱਸੇ ਦੇ ਵਿੱਚ। ਸਾਡੀਆਂ ਅੱਖਾਂ ਜਿਹੜੀਆਂ ਹੈਗੀਆਂ ਉਹ 35 ਕਿਲੋ ਸੋਨੇ ਦੇ ਉੱਤੇ ਲੱਗ ਜਾਣੀਆਂ। ਕੋਈ ਇਨਸਾਨ 35 ਕਿਲੋ ਦਾ ਸੋਨੇ ਦਾ ਤਾਜ ਨਹੀਂ ਪਾ ਸਕਦਾ। ਔਰ ਮੈਂ ਇਸ ਦੀ ਸਟੱਡੀ ਕੀਤੀ, ਉਸਨੇ ਕਿਹਾ ਕਿ ਜਿਸ ਵੇਲੇ ਜਿਹੜੀ ਰਾਜ ਦੀ ਗੱਦੀ ਹੁੰਦੀ ਤੇ ਕੁਰਸੀ ਤੋਂ ਉੱਤੇ ਜਾ ਕੇ ਤੇ ਏਦਾਂ ਉਹਦੇ ਸਿਰ ਦੇ ਉੱਤੇ ਇੱਕ ਤਾਜ ਹੁੰਦਾ ਸੀਗਾ ਜਿਹੜਾ ਲਟਕਿਆ ਹੁੰਦਾ, ਜਿਹੜਾ ਲਟਕਾਇਆ ਹੁੰਦਾ ਸੀ। ਜਿੱਦਾਂ ਅਸੀਂ ਕਹਿੰਦੇ ਹੈਗੇ ਆ ਜਿੱਦਾਂ ਟੇਬਲਾਂ ਦੇ ਉੱਤੇ ਲਟਕਾਇਆ ਹੁੰਦਾ ਨਾ, ਏਦਾਂ ਲਟਕਾਇਆ ਸੀ। ਤੇ ਉਸ ਦੇ ਉੱਤੇ ਇੱਕ ਉੱਨ ਦੀ ਟੋਪੀ ਬਣਾਈ ਸੀ ਤੇ ਉਹ ਟੋਪੀ ਖਿੱਚ ਕੇ ਆਪਣੇ ਉੱਤੇ ਕਰ ਲੈਂਦਾ ਸੀ। ਲੇਕਿਨ ਉਹ ਪਿੱਛੋਂ ਸਹਾਰੇ ਦੇ ਨਾਲ ਖੜਾ ਹੁੰਦਾ ਸੀ ਜਿਹੜਾ ਤਾਜ ਖੜਾ ਹੁੰਦਾ ਸੀ। ਕਿਉਂਕਿ ਬਹੁਤ ਸਾਰੇ ਜਿਹੜੇ ਇਸ ਨੂੰ ਪੁੱਠਾ ਸਿੱਧਾ ਬਣਾਉਣਾ ਮੰਗਦੇ ਆ, ਬਣਾਈ ਜਾਂਦੇ ਆ, ਬਣਾ ਲੈਣ ਦੇ, ਉਹਨਾਂ ਦੀ ਮਰਜ਼ੀ। ਤੁਸੀਂ ਇਹ ਕਹਿ ਸਕਦੇ ਆ ਕਿ ਜਿੱਦਾਂ ਸਾਡੇ ਬਾਹਰ ਸਾਡਾ ਆਊਟਡੋਰ ਦੇ ਵਿੱਚ ਜਿਹੜੇ ਅਸੀਂ ਟੇਬਲ ਰੱਖੇ ਹੁੰਦੇ ਆ, ਉਹਨਾਂ ਦੇ ਵਿੱਚ ਦੋ ਤਰ੍ਹਾਂ ਦੇ ਅੰਬਰੇਲੇ ਹੁੰਦੇ। ਇੱਕ ਅੰਬਰੇਲਾ ਹੁੰਦਾ ਜਿਹੜਾ ਉਹਦੇ ਗੱਭੇ ਹੁੰਦਾ ਤੇ ਫਿਰ ਉਸਨੂੰ ਅਸੀਂ ਖੋਲ ਲੈਂਦੇ। ਇੱਕ ਹੁੰਦਾ ਜਿਹੜਾ ਉਹਦੇ ਇੱਕ ਸਾਈਡ ਤੇ ਲੱਗਾ ਹੁੰਦਾ ਤੇ ਉਹ ਉੱਤੋਂ ਦੀ ਇਦਾਂ ਹੁੰਦਾ। ਇਹ ਉਹ ਸੀ ਜਿਹੜਾ ਉਹਦੀ ਕੁਰਸੀ ਦੇ ਨਾਲ ਪਿੱਛੋਂ ਦੀ ਵੱਜਿਆ ਸੀਗਾ ਔਰ ਸੋਨੇ ਦਾ, ਜਿਹੜਾ ਲੱਠ ਸਾਰੀ ਸੋਨੇ ਦੀ ਸੀ,
ਔਰ ਜਿਸਲੇ ਉੱਤੇ ਆ ਕੇ ਲਟਕਦਾ ਸੀਗਾ ਉਹਦੇ ਸਿਰ ਦੇ ਉੱਤੇ, ਸਿਰ ਦੇ ਲਾਗੇ, ਤਾਂ ਉਹ ਇਸ ਤਰ੍ਹਾਂ ਲਟਕਦਾ ਸੀ। ਔਰ ਉਸਦੇ ਵਿੱਚ ਇੱਕ ਉੱਨ ਦੀ ਬਣੀ ਹੋਈ ਟੋਪੀ ਹੁੰਦੀ ਸੀ ਜਿਹੜੀ ਉਹ ਖਿੱਚ ਕੇ ਆਪਣੇ ਉੱਤੇ ਪਾ ਲੈਂਦਾ। ਸਿਰਫ ਇਹ ਦਿਖਾਉਣ ਦੇ ਲਈ ਕਿ ਮੈਂ ਇੱਕ ਮਹਾਨ ਰਾਜਾ। ਪ੍ਰਭੂ ਨੇ ਦਾਊਦ ਨੂੰ ਮੁੜ ਕੇ ਫੇਰ ਜਿੱਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦਾਊਦ ਦੇ ਕੋਲ ਮੁੜ ਕੇ ਫੇਰ ਪ੍ਰਭੂ ਦੀ ਆਵਾਜ਼ ਵਾਪਸ ਆ ਗਈ। ਦਾਊਦ ਨੂੰ ਫੇਰ ਪ੍ਰਭੂ ਨੇ ਆਪਣੀ ਸ਼ਾਂਤੀ ਦੇ ਦਿੱਤੀ। ਲੇਕਿਨ 5 ਸਾਲ ਬਾਅਦ 5 ਸਾਲ ਬਾਅਦ ਜੋ ਦਾਊਦ ਨੇ ਆਪਣੇ ਆਪ ਨੂੰ ਸਜ਼ਾ ਦਿੱਤੀ ਸੀ, ਜਿਸ ਦਾ ਇੱਕ ਹਿੱਸਾ ਮਾਫ ਹੋ ਗਿਆ ਸੀ। ਨਥਾਨ ਨਬੀ ਆਇਆ ਸੀ, ਉਸਨੇ ਇਹ ਕਿਹਾ ਸੀ ਕਿ ਇੱਕ ਆਦਮੀ ਦੇ ਕੋਲ ਇੱਕ ਛੋਟਾ ਜਿਹਾ ਦੁੰਬਾ ਸੀ। ਦੁੰਬਾ ਤੇ ਭੇਡ ਦੇ ਵਿੱਚ ਬਹੁਤ ਫਰਕ ਹੁੰਦਾ। ਦੁੰਬਾ ਜਿਹੜਾ ਹੁੰਦਾ ਉਹ ਬਹੁਤ ਹੀ ਮਰੂਥਲ ਇਲਾਕਿਆਂ ਦੇ ਵਿੱਚ ਵੀ ਜੀ ਸਕਦਾ, ਕਿਉਂਕਿ ਜਿਸਲੇ ਮੀਂਹ ਦੇ ਸਮੇਂ ਉੱਥੇ ਮੀਂਹ ਪੈਂਦੇ ਆ ਤੇ ਹਰਿਆਲੀ ਹੁੰਦੀ ਤਾਂ ਸਾਰੀਆਂ ਚੀਜ਼ਾਂ ਹੁੰਦੀਆਂ ਤੇ ਉਹ ਸਭ ਕੁਝ ਖਾਈ ਜਾਂਦਾ। ਲੇਕਿਨ ਪ੍ਰਭੂ ਨੇ ਉਸਨੂੰ ਏਦਾਂ ਦੀ ਪੂਛ ਦਿੱਤੀ ਹੋਆ ਜਿਸ ਦੇ ਵਿੱਚ ਉਹ ਸਾਰੀਆਂ ਆਪਣੀ ਜਿਹੜੀਆਂ ਜ਼ਰੂਰਤਾਂ ਆ, ਜਿਹੜੇ ਉਹਨੂੰ ਵਿਟਾਮਿਨਸ ਚਾਹੀਦੇ ਆ, ਮਿਨਰਲਸ ਚਾਹੀਦੇ ਆ, ਸਭ ਕੁਝ ਚਾਹੀਦੇ ਆ, ਉਹ ਜਮਾ ਕਰ ਸਕਦਾ। ਔਰ ਜਿਸ ਵੇਲੇ ਗਰਮੀ ਆਉਂਦੀ ਆ, ਔਰ ਜਿਸ ਵੇਲੇ ਉਹ ਬਰਸਾਤ ਦਾ ਸਮਾਂ ਹੁੰਦਾ ਤੇ ਉਹਦੀ ਪੂਛ ਇੰਨੀ ਭਾਰੀ ਹੁੰਦੀ ਹੈ ਕਿਉਂਕਿ ਉਹਦੇ ਲਈ ਚੱਲਣਾ ਮੁਸ਼ਕਲ ਹੁੰਦਾ। ਜਿਸਲੇ ਮੁੜ ਕੇ ਗਰਮੀ ਦਾ ਸਮਾਂ ਆਉਂਦਾ, ਖਾਣ ਨੂੰ ਕੁਛ ਨਹੀਂ ਹੁੰਦਾ ਤੇ ਉਸ ਪੂਛ ਦੇ ਵਿੱਚੋਂ ਖਾਣਾ ਉਹਦੇ ਸਰੀਰ ਨੂੰ ਜਾਣਾ ਸ਼ੁਰੂ ਹੋ ਜਾਂਦਾ। ਔਰ ਜਦ ਤੱਕ ਉਹ ਸੀਜ਼ਨ ਮੁੱਕਦਾ ਤੇ ਉਹਦੀ ਪੂਛ ਫਿਰ ਛੋਟੀ ਜਿਹੀ ਹੋ ਜਾਂਦੀ। ਔਰ ਇਹ ਪ੍ਰਭੂ ਦਾ ਅਜੀਬ ਸਿਸਟਮ। ਲੇਕਿਨ ਇਹ ਦੁੰਬੇ ਪਾਲੇ ਜਾਂਦੇ ਸੀਗੇ ਕਿ ਇਹਨਾਂ ਨੂੰ ਸਾਰਾ ਸਾਲ ਖਿਲਾਇਆ ਜਾਂਦਾ ਸੀ। ਔਰ ਜਿਸਲੇ ਉਹ ਪੂਛ ਜਿਸਲੇ ਭਾਰੀ ਹੋ ਜਾਂਦੀ ਸੀਗੀ ਤੇ ਉਹ ਜਿਹੜੀ ਪੂਛ ਹੁੰਦੀ ਸੀ ਉਹ ਸਭ ਤੋਂ ਜ਼ਿਆਦਾ ਮਹਿੰਗੀ ਵਿਕਦੀ ਸੀ, ਜਾਂ ਉਸ ਦੀ ਪ੍ਰਾਈਸ ਸਭ ਤੋਂ ਜ਼ਿਆਦਾ ਹੁੰਦੀ ਸੀ, ਜਾਂ ਉਹਦਾ ਜਿਹੜਾ ਸਵਾਦ ਹੁੰਦਾ ਸੀ ਬਿਲਕੁਲ ਜਿਸ ਤਰ੍ਹਾਂ ਅਸੀਂ ਮੱਖਣ ਨਹੀਂ ਕੱਢਦੇ, ਸਵਾਦ ਬਿਲਕੁਲ ਉਸ ਮੱਖਣ ਦੇ ਵਾਂਗ ਹੁੰਦਾ ਸੀ। ਉਸਦੇ ਕੋਲ ਇੱਕ ਦੁੰਬਾ ਸੀ, ਹੋਰ ਕੁਛ ਨਹੀਂ ਸੀ, ਪਰ ਉਸ ਦੂਜੇ ਦੇ ਕੋਲ ਸਭ ਕੁਝ ਸੀ। ਦੁੰਬੇ ਵੀ ਸੀਗੇ, ਭੇਡਾਂ ਵੀ ਸੀਗੀਆਂ, ਉਹਨਾਂ ਵਾਲੀਆਂ ਭੇਡਾਂ ਵੀ ਸੀਗੀਆਂ, ਸਾਰਾ ਕੁਝ ਸੀਗਾ, ਗਧੇ ਵੀ ਸੀਗੇ, ਘੋੜੇ ਵੀ ਸੀ, ਕੈਮਲ ਵੀ ਸੀ। ਔਰ ਉਹਨੇ ਉਸ ਗਰੀਬ ਦਾ ਇੱਕ ਦੁੰਬਾ ਲੈ ਕੇ ਉਸ ਨੂੰ ਆਪਣੇ ਮਿੱਤਰ ਦੇ ਲਈ ਮਾਰਿਆ, ਖਾਧਾ ਪੀਤਾ। ਉਸਨੇ ਕਿਹਾ ਇਸ ਦੇ ਲਈ ਕੀ ਕੀਤਾ ਜਾਏ? ਉਸਨੇ ਕਿਹਾ ਇਸ ਨੂੰ 4 ਗੁਣਾ ਸਜ਼ਾ ਦਿੱਤੀ ਜਾਏ, 4 ਗੁਣਾ ਮੋੜਿਆ ਜਾਏ। ਔਰ ਨੰਬਰ 2 ਤੇ ਉੱਤੇ ਉਸਨੇ ਕਿਹਾ ਕਿ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਏ। ਪ੍ਰਭੂ ਨੇ ਮੌਤ ਦੀ ਸਜ਼ਾ ਉਸਦੀ ਮਾਫ ਕਰ ਦਿੱਤੀ। ਇਹ ਪ੍ਰਭੂ ਦੀ ਦਇਆ ਸੀ। ਪ੍ਰਭੂ ਕਹਿ ਸਕਦਾ ਸੀ ਸੋ ਬੀ ਇਟ, ਤੂੰ ਆਪਣੇ ਆਪ ਨੂੰ ਇਹ ਸਜ਼ਾ ਦਿੱਤੀ ਆ, ਸੋ ਬੀ ਇਟ। ਪਰ ਪ੍ਰਭੂ ਨੇ ਇਸ ਤਰ੍ਹਾਂ ਨਹੀਂ ਕੀਤਾ। ਜਿਸਲੇ ਉਸਨੇ ਗੁਨਾਹ ਦੀ ਮਾਫੀ ਮੰਗੀ, ਉਸਨੇ ਕਹਾ ਤੂੰ ਨਹੀਂ ਮਰੇਗਾ, ਪਰ ਤੇਰੇ ਘਰ ਤੋਂ ਤਲਵਾਰ ਕਦੀ ਨਹੀਂ ਜਾਏਗੀ। ਜਦ ਤੱਕ ਕਿ ਜੋ ਸਜ਼ਾ ਜੋ ਤੂੰ ਕਿਹਾ ਕਿ ਇੰਨਾ ਭਰਨਾ ਪਏਗਾ, ਉਹ ਹੁਣ ਤੈਨੂੰ ਵੀ ਭਰਨਾ। ਉਸਦਾ ਇੱਕ ਹਿੱਸਾ ਉਹ ਭਰ ਚੁੱਕਾ। ਉਸਦਾ ਇੱਕ ਪੁੱਤਰ ਜਨਮ ਦੇ ਵਿੱਚ 7 ਦਿਨਾਂ ਦੇ ਵਿੱਚ ਨਾਮ, ਇਸ ਤੋਂ ਪਹਿਲਾਂ ਕਿ ਉਸਨੂੰ ਨਾਮ ਵੀ ਦਿੱਤਾ ਜਾਂਦਾ, ਉਹ ਜਾ ਚੁੱਕਾ।
ਪਰ ਪ੍ਰਭੂ ਨੇ ਨਾਲ ਹੀ ਉਸ ਨੂੰ ਬਰਕਤ ਵੀ ਦਿੱਤੀ ਅਤੇ ਜਿੱਤ ਵੀ ਦਿੱਤੀ। ਇਹ ਦੱਸਿਆ ਕਿ ਮੈਂ ਤੇਰੇ ਨਾਲ, ਸਜ਼ਾ ਤੈਨੂੰ ਮਿਲੇਗੀ ਪਰ ਮੈਂ ਤੇਰੇ ਨਾਲ। ਹੁਣ ਜੋ ਪ੍ਰਭੂ ਨੇ ਉਸ ਨੂੰ ਕਿਹਾ ਸੀਗਾ ਉਹ ਸਮਾਂ ਆ ਗਿਆ। ਜਿਹੜੀ ਤਲਵਾਰ ਹੈ ਜਿਹੜੀ ਉਸਦੇ ਘਰ ਦੇ ਉੱਤੇ ਉਹ ਸ਼ੁਰੂ ਹੋ ਗਈ। ਸੋ ਅਸੀਂ 13ਵੇਂ ਭਾਗ ਦੇ ਵਿੱਚ ਆਏ ਹਾਂ। ਸੋ ਅਸੀਂ ਇਸ ਦੀਆਂ ਪਹਿਲੀਆਂ 14 ਆਇਤਾਂ ਦੇਖਾਂ। मैं पढ़ते वास्तु जी। जी ਅਮਨੋਨ ਅਤੇ ਤਮਾਰ। ਦਾਊਦ ਦੇ ਪੁੱਤਰ ਅਬਸ਼ਲੋਮ ਦੀ ਇੱਕ ਸੁੰਦਰ ਭੈਣ ਸੀ ਜਿਸ ਦਾ ਨਾਂ ਤਮਾਰ ਸੀ। ਤਮਾਰ ਨੂੰ ਦਾਊਦ ਦਾ ਇੱਕ ਦੂਜਾ ਪੁੱਤਰ ਅਮਨੋਨ ਪ੍ਰੇਮ ਕਰਦਾ ਸੀ। ਅਮਨੋਨ ਆਪਣੀ ਭੈਣ ਤਮਾਰ ਨੂੰ ਇੰਨਾ ਚਾਹੁਣ ਲੱਗ ਪਿਆ ਕਿ ਉਹ ਉਸਦੇ ਕਾਰਨ ਬਿਮਾਰ ਪੈ ਗਿਆ। ਤਮਾਰ ਅਜੇ ਕੁਆਰੀ ਸੀ ਅਤੇ ਉਹ ਆਦਮੀਆਂ ਨੂੰ ਨਹੀਂ ਮਿਲ ਸਕਦੀ ਸੀ, ਇਸ ਲਈ ਅਮਨੋਨ ਦਾ ਉਸਦੇ ਨਾਲ ਕੁਝ ਕਰਨਾ ਕਾਫੀ ਕਠਿਨ ਸੀ। ਪਰ ਅਮਨੋਨ ਦਾ ਇੱਕ ਮਿੱਤਰ ਜੋਨਾਦਾਬ ਸੀ ਜੋ ਦਾਊਦ ਦੇ ਭਰਾ ਸਮਿਆ ਦਾ ਪੁੱਤਰ ਸੀ। ਜੋਨਾਦਾਬ ਬਹੁਤ ਚਲਾਕ ਆਦਮੀ ਸੀ। ਜੋਨਾਦਾਬ ਨੇ ਅਮਨੋਨ ਨੂੰ ਇੱਕ ਦਿਨ ਕਿਹਾ, ਤੂੰ ਰਾਜਾ ਦਾ ਪੁੱਤਰ ਹੈ, ਫਿਰ ਤੂੰ ਦਿਨ ਪ੍ਰਤੀ ਦਿਨ ਮਾੜਾ ਕਿਉਂ ਹੁੰਦਾ ਜਾ ਰਿਹਾ ਹੈ? ਕੀ ਤੂੰ ਮੈਨੂੰ ਇਸ ਦਾ ਕਾਰਨ ਨਹੀਂ ਦੱਸੇਗਾ? ਅਮਨੋਨ ਨੇ ਉੱਤਰ ਦਿੱਤਾ, ਮੈਂ ਆਪਣੇ ਮਤਰੇਏ ਅਬਸ਼ਲੋਮ ਦੀ ਭੈਣ ਤਮਾਰ ਨਾਲ ਪ੍ਰੇਮ ਕਰਦਾ ਹਾਂ। ਜੋਨਾਦਾਬ ਨੇ ਅਮਨੋਨ ਨੂੰ ਕਿਹਾ, ਤੂੰ ਬਹਾਨੇ ਨਾਲ ਬਿਮਾਰ ਬਣ ਕੇ ਮੰਜੇ ਉੱਤੇ ਲੇਟ ਜਾ। ਜਦੋਂ ਤੇਰਾ ਪਿਤਾ ਤੇਰੀ ਖਬਰ ਲੈਣ ਆਵੇ ਤਾਂ ਤੂੰ ਉਸਨੂੰ ਕਹੀ, ਮੇਰੀ ਭੈਣ ਤਮਾਰ ਨੂੰ ਆਗਿਆ ਦੇਵੋ ਕਿ ਉਹ ਆ ਕੇ ਮੇਰੇ ਸਾਹਮਣੇ ਰੋਟੀ ਬਣਾ ਕੇ ਮੈਨੂੰ ਖਵਾਵੇ। ਮੈਂ ਉਸਨੂੰ ਰੋਟੀ ਬਣਾਉਂਦਿਆਂ ਦੇਖਣਾ ਤੇ ਉਸਦੇ ਹੱਥੋਂ ਹੀ ਖਾਣਾ ਚਾਹੁੰਦਾ ਹਾਂ। ਇਸ ਲਈ ਅਮਨੋਨ ਬਿਮਾਰੀ ਦਾ ਬਹਾਨਾ ਕਰਕੇ ਮੰਜੇ ਉੱਤੇ ਲੇਟ ਗਿਆ। ਜਦੋਂ ਰਾਜਾ ਦਾਊਦ ਉਸਦੀ ਖਬਰ ਲੈਣ ਗਿਆ ਤਾਂ ਅਮਨੋਨ ਨੇ ਉਸਨੂੰ ਕਿਹਾ, ਕਿਰਪਾ ਕਰਕੇ ਮੇਰੀ ਭੈਣ ਤਮਾਰ ਨੂੰ ਆਉਣ ਦੇਵੋ ਕਿ ਉਹ ਆ ਕੇ ਇੱਥੇ ਰੋਟੀ ਬਣਾਵੇ ਤਾਂ ਜੋ ਮੈਂ ਉਸਨੂੰ ਦੇਖਾਂ, ਫਿਰ ਉਹ ਮੈਨੂੰ ਆਪਣੇ ਹੱਥ ਨਾਲ ਖਵਾਵੇ। ਤਦ ਦਾਊਦ ਨੇ ਤਮਾਰ ਨੂੰ ਸੰਦੇਸ਼, ਤੂੰ ਆਪਣੇ ਭਰਾ ਅਮਨੋਨ ਦੇ ਘਰ ਜਾ ਅਤੇ ਉਸ ਦੇ ਲਈ ਕੁਝ ਭੋਜਨ ਬਣਾ। ਸੋ ਤਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ ਅਤੇ ਉਸਨੇ ਕੁਝ ਆਟਾ ਲੈ ਕੇ ਗੁੰਨਿਆ। ਫਿਰ ਉਹ ਇਹੋ ਜਿਹੀ ਥਾਂ ਤੇ ਬੈਠ ਕੇ ਰੋਟੀਆਂ ਬਣਾਉਣ ਲੱਗੀ ਜਿੱਥੋਂ ਅਮਨੋਨ ਉਸਨੂੰ ਦੇਖ ਸਕੇ। ਸੋ ਉਸਨੇ ਅਮਨੋਨ ਦੇ ਸਾਹਮਣੇ ਬੈਠ ਕੇ ਕੁਝ ਰੋਟੀਆਂ ਬਣਾਈਆਂ ਤੇ ਸੇਕੀਆਂ। ਫਿਰ ਤਮਾਰ ਇੱਕ ਭਾਂਡੇ ਵਿੱਚ ਰੋਟੀਆਂ ਰੱਖ ਕੇ ਅਮਨੋਨ ਕੋਲ ਲੈ ਗਈ, ਪਰ ਉਸਨੇ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ, ਤੂੰ ਆਪ ਰੋਟੀ ਲੈ ਕੇ ਮੇਰੇ ਕਮਰੇ ਵਿੱਚ ਆ ਤਾਂ ਜੋ ਮੈਂ ਤੇਰੇ ਹੱਥੋਂ ਖਾਵਾਂ। ਤਮਾਰ ਨੇ ਉਸਦੇ ਕਹੇ ਅਨੁਸਾਰ ਕੀਤਾ, ਪਰ ਤਮਾਰ ਜਦੋਂ ਉਸਨੂੰ ਰੋਟੀ ਦੇਣ ਲੱਗੀ ਤਾਂ ਅਮਨੋਨ ਉਸਨੂੰ ਫੜ ਲਿਆ ਤੇ ਕਿਹਾ, ਤੂੰ ਆ ਮੇਰੇ ਨਾਲ ਸੌਂ। ਤਮਾਰ ਨੇ ਉੱਤਰ ਦਿੱਤਾ, ਨਹੀਂ ਮੇਰੇ ਭਰਾ, ਮੈਨੂੰ ਇਹ ਗੰਦਾ ਕੰਮ ਕਰਨ ਲਈ ਜ਼ੋਰ ਨਾ ਲਾ। ਇਹੋ ਜਿਹਾ ਬੁਰਾ ਕੰਮ ਇਜ਼ਰਾਈਲ ਵਿੱਚ ਨਹੀਂ ਕੀਤਾ ਜਾਂਦਾ। ਇਹ ਕਰਨ ਦੇ ਪਿੱਛੋਂ ਮੈਂ ਆਪਣੇ ਲੋਕਾਂ ਵਿੱਚ ਜਿਉਂਦੀ ਹੀ ਮਰ ਜਾਵਾਂਗੀ ਅਤੇ ਤੂੰ ਇਜ਼ਰਾਈਲ ਵਿੱਚ ਮਹਾਮੂਰਖ ਸਮਝਿਆ ਜਾਵੇਂਗਾ। ਮੇਰੀ ਬੇਨਤੀ ਹੈ ਕਿ ਤੂੰ ਰਾਜਾ ਤੋਂ ਮੈਨੂੰ ਮੰਗ ਲੈ ਤੇ ਉਹ ਜ਼ਰੂਰ ਮੇਰਾ ਤੇਰੇ ਨਾਲ ਵਿਆਹ ਕਰ ਦੇਵੇਗਾ। ਪਰ ਅਮਨੋਨ ਨੇ ਤਮਾਰ ਦੀ ਗੱਲ ਨਾ ਮੰਨੀ। ਉਹ ਤਮਾਰ ਨਾਲੋਂ ਸਰੀਰਕ ਤੌਰ ਤੇ ਤਾਕਤਵਰ ਸੀ ਤੇ ਉਸਨੇ ਜ਼ਬਰਦਸਤੀ ਤਮਾਰ ਨਾਲ ਸੰਗ ਕੀਤਾ। ਕਿਸ ਤਰ੍ਹਾਂ ਹੋਇਆ? ਜਿਸ ਤਰ੍ਹਾਂ ਦਾਊਦ ਨੇ ਕੀਤਾ ਸੀ। ਯੁਰਾਇਆ ਦੀ ਪਤਨੀ ਨੂੰ ਬੁਲਾਇਆ, ਔਰ ਪ੍ਰਭੂ ਨੇ ਦਾਊਦ ਨੂੰ ਇਹ ਕਰ ਲੈਣ। ਕਸ ਰਾਜਕੁਮਾਰ ਰਾਜਕੁਮਾਰੀਆਂ ਦੇ ਨਾਲ ਨਹੀਂ ਰਲਦੇ ਸੀ, ਔਰ ਖਾਸ ਕਰਕੇ ਸਕੇ ਭੈਣ ਭਰਾ ਤਾਂ ਰਲਦੇ ਸੀ, ਲੇਕਿਨ ਜਿਹੜੇ ਮਤਰੇਏ ਹੁੰਦੇ ਸੀ ਉਹ ਨਹੀਂ। ਰਾਜਕੁਮਾਰ ਤਾਂ ਇਕੱਠੇ ਹੋ ਸਕਦੇ ਸੀ, ਰਾਜਕੁਮਾਰੀਆਂ ਇਕੱਠੀਆਂ ਹੋ ਸਕਦੀਆਂ ਸੀ, ਪਰ ਮਤਰੇਈਆਂ ਰਾਜਕੁਮਾਰੀਆਂ ਏਦਾਂ ਨਹੀਂ ਜਾ ਸਕਦੀਆਂ। ਜੋ ਦਾਊਦ ਨੇ ਜਿਸ ਤਰੀਕੇ ਨਾਲ ਕੀਤਾ, ਉਸਨੇ ਕਿਹਾ ਕਿ ਤੂੰ ਆਪਣੇ ਨੌਕਰ ਨੂੰ ਬੁਲਾਇਆ, ਪੁੱਛਿਆ ਤੇ ਕਿਹਾ ਕਿ ਤੂੰ ਉਸਨੂੰ ਬੁਲਾ ਕੇ ਦੇ।
ਹੁਣ ਦਾਊਦ ਉਸ ਨੂੰ ਬੁਲਾਉਣ ਜਾ ਰਿਹਾ। ਮੇਨ ਕੈਰੈਕਟਰ ਦਾਊਦ। ਪ੍ਰਭੂ ਦੱਸ ਰਿਹਾ ਕਿ ਲਵ ਤੇ ਲਸਟ ਦੇ ਵਿੱਚ ਫਰਕ ਕੀ ਹੈ। ਔਰ ਸਾਡੀਆਂ ਬੱਚੀਆਂ ਨੂੰ ਇਹ ਚੀਜ਼ ਸਿੱਖਣੀ ਚਾਹੀਦੀ ਹੈ ਕਿ ਇਹ ਨਹੀਂ ਹੈ ਕਿ ਜਿਸ ਕਿਸੇ ਨੇ ਵੀ ਕਹਿਤਾ ਕਿ ਆਈ ਲਵ ਯੂ, ਲਵ ਨਹੀਂ ਹੈਗਾ, ਇਹ ਲਸਟ ਵੀ ਹੋ ਸਕਦੀ। ਅਸੀਂ ਇੱਥੇ ਯਾਨੀ ਕਿ ਪਿਆਰ ਤੇ ਹਿਰਸ ਦੇ ਵਿੱਚ ਬਹੁਤ ਫਰਕ। ਪਿਆਰ ਹਮੇਸ਼ਾ ਦਿੰਦਾ ਹੈ, ਹਿਰਸ ਹਮੇਸ਼ਾ ਖੋਹਦੀ। ਜਗਤ ਨੂੰ ਇੰਨਾ ਪਿਆਰ ਕੀਤਾ ਕਿ ਆਪਣਾ ਪੁੱਤਰ ਦਿੱਤਾ। ਇਹ ਪਿਆਰ ਕਿੱਥੇ ਦਿੱਤਾ? ਸਲੀਬ ਤੇ ਦਿੱਤਾ। ਕਿਸ ਤਰ੍ਹਾਂ ਦਿੱਤਾ? ਕਿ ਉਸਦੇ ਛੈਂਟੇ ਮਾਰੇ ਜਾ ਰਹੇ, ਉਸਦੇ ਮੂੰਹ ਤੇ ਥੁੱਕਿਆ ਜਾ ਰਿਹਾ, ਉਸਦੇ ਸਿਰ ਤੇ ਕੰਡਿਆਂ ਦਾ ਤਾਜ ਰੱਖਿਆ ਜਾ ਰਿਹਾ, ਉਸਨੂੰ ਧਰਤੀ ਤੇ ਅਸਮਾਨ ਦੇ ਗੱਬੇ ਟੰਗਿਆ ਜਾ ਰਿਹਾ। ਏਦਾਂ ਦਿੱਤਾ ਪੁੱਤਰ। ਜਦੋਂ ਮੈਂ ਸੁਣਦਾ, ਜਦੋਂ ਮੈਂ ਕ੍ਰਿਸਮਸ ਨੂੰ ਦੇਖਦਾ, ਮੈਂ ਕ੍ਰਿਸਮਸ ਨੂੰ ਇਸ ਤਰੀਕੇ ਨਾਲ ਦੇਖਦਾ। ਮੈਂ ਕ੍ਰਿਸਮਸ ਨੂੰ ਕਦੀ ਵੀ ਇਸ ਤਰੀਕੇ ਨਾਲ ਦੇਖਿਆ ਇੱਕ ਛੋਟਾ ਜਿਹਾ ਬੱਚਾ ਉੱਥੇ ਪਿਆ। ਮੈਂ ਕਦੀ ਕ੍ਰਿਸਮਸ ਨੂੰ ਇਸ ਤਰੀਕੇ ਨਾਲ ਨਹੀਂ ਦੇਖਿਆ। ਈਵਨ ਕਿ ਜਦੋਂ ਮੈਂ ਪ੍ਰਭੂ ਦੇ ਵਿੱਚ ਆਇਆ ਵੀ ਸੀ, ਤਾਂ ਜਿਸ ਵੇਲੇ ਮੈਂ ਯਹੂਨਾ ਦਾ ਗੋਸਪਲ ਸੀ ਜਿਹੜਾ ਮੈਨੂੰ ਪ੍ਰਭੂ ਦੇ ਵਿੱਚ ਲੈ ਕੇ ਆਇਆ, ਜਿਸ ਵੇਲੇ ਮੈਂ ਕਿਹਾ ਕਿ ਇੰਨਾ ਪਿਆਰ ਕੀਤਾ ਕਿ ਆਪਣਾ ਪੁੱਤਰ ਦਿੱਤਾ, ਤੇ ਮੇਰੇ ਮਨ ਦੇ ਵਿੱਚ ਇੱਕੋ ਹੀ ਸਵਾਲ ਸੀ, ਕਿੱਦਾਂ ਦਿੱਤਾ? ਉਹ ਤਾਂ ਸਾਰੇ ਹੀ ਕਹੀ ਜਾਂਦੇ ਆ ਵਿਸ਼ਨੂੰ ਦਾ ਆਹ ਰੂਪ ਅਤੇ ਆਹ ਰੂਪ ਅਤੇ ਆਹ ਰੂਪ, ਉਹਦਾ ਆਹ ਅਵਤਾਰ ਅਤੇ ਆਹ ਅਵਤਾਰ ਅਤੇ ਆਹ ਅਵਤਾਰ, ਉਹ ਤਾਂ ਸਾਰੇ ਕਹੀ ਜਾਂਦੇ। ਪਰ ਕਿਸੇ ਨੇ ਪਾਪੀ ਨੂੰ ਨਹੀਂ ਛੋਇਆ। ਕੋਈ ਪਾਪੀ ਲਈ ਨਹੀਂ ਮਰਿਆ, ਧਰਮ ਦੇ ਲਈ ਮਰਿਆ। ਯੈਸ, ਧਰਮ ਵੀ ਇੱਕ ਪੋਲਿਟਿਕਸ ਆ। ਇਟਸ ਸੇਮ ਕਿ ਤੁਸੀਂ ਆਪਣੇ ਹੱਕਾਂ ਦੇ ਲਈ ਮਰਦੇ ਪਏ, ਦੈਟ ਇਜ਼ ਫਾਈਨ। ਪਰ ਪਾਪੀ ਦੇ ਲਈ ਕੌਣ ਮਰਿਆ? ਉਹ ਯਿਸੂ ਮਸੀਹ ਸੀ। ਔਰ ਜਿਸ ਵੇਲੇ ਮੈਂ ਰੋਮਨਸ ਦੇ ਵਿੱਚ ਪਹੁੰਚਾ, ਤੇ ਫਿਰ ਮੈਨੂੰ ਪਤਾ ਲੱਗਾ ਕਿ ਜਦੋਂ ਅਸੀਂ ਪਾਪੀ ਹੀ ਸੀ ਤਾਂ ਮਸੀਹ ਸਾਡੇ ਲਈ ਆਇਆ। ਫਿਰ ਮੈਨੂੰ ਪਤਾ ਲੱਗਾ ਕਿ ਪ੍ਰਭੂ ਨੇ ਆਪਣਾ ਪੁੱਤਰ ਕਿਉਂ। ਬਸ ਉਸਨੇ ਮੈਨੂੰ ਹਿਲਾ ਦਿੱਤਾ ਸੀ। I have no question after that. कोई मेरा सवाल नहीं सी उसको। एक पापी इंसान के लिए प्रभु अपना पुत्र जिंदा पिया, मैं दूंगा। Okay, let me give you an example. Just an example. ਤੁਹਾਡੇ ਗੁਆਂਢ ਦੇ ਵਿੱਚ ਗੋਲੀ ਚੱਲੀ, ਉਹਨਾਂ ਦੇ ਪੁੱਤਰ ਨੇ ਆਪਣੀ ਮਾਂ ਦੀ ਗੋਲੀ ਮਾਰਤੀ, ਉਹਨੂੰ ਮਾਰ ਦਿੱਤਾ। ਕੀ ਤੁਸੀਂ ਚਾਹੋਗੇ ਕਿ ਤੁਹਾਡਾ ਪੁੱਤਰ ਜਾਏ ਔਰ ਉਸ ਨੂੰ ਕਹੇ ਤੂੰ ਦੌੜ ਜਾ, ਔਰ ਉਹਦੀ ਗਨ ਲੈ ਕੇ ਉੱਤੇ ਆਪਣੀ ਉਂਗਲੀਆਂ ਦੇ ਨਿਸ਼ਾਨ ਲਾ ਲਏ?
ਉਹ ਸਾਰੇ ਘਰ ਦੇ ਵਿੱਚ ਆਪਣੇ ਨਿਸ਼ਾਨ ਲਾ ਦੇ ਕਿ ਮੈਂ ਇੱਥੇ ਸੀ। ਕੌਣ ਚਾਹੇਗਾ? ਦਿਸ ਇਜ਼ ਵਾਟ ਇਹ ਸਾਡੇ ਪਿਆਰੇ ਪ੍ਰਭੂ ਨੇ ਕੀਤਾ। ਇਹ ਸਾਡੇ ਪਰਮੇਸ਼ਵਰ ਨੇ ਕੀਤਾ। परम ईश्वर परमेश्वर, परम आत्मा परमात्मा, उन्हें ये किया जिस दे विच सारा यूनिवर्स जिहड़ी सारा जिहड़ा ਅਸੀਂ ਜਿੱਥੋਂ ਦੇਖਦੇ ਪਏ ਆ ਆਕਾਸ਼ ਧਰਤੀ ਕੁਛ ਨਹੀਂ ਜਿਹਦੇ ਵਿੱਚ ਸਾਰਾ ਕੁਝ ਸਮਾਇਆ ਆ ਔਰ ਸਟਿਲ ਉਸ ਤੋਂ ਵਿਸ਼ਾਲ ਆ। ਯਾਨੀ ਕਿ ਸਾਨੂੰ ਤਾਂ ਇਹ ਪਤਾ ਨਾ ਕਿ ਸਾਡੀ ਧਰਤੀ ਦੇ ਸਾਡਾ ਇੱਕ ਤਾਰਾ ਆ ਉਹਦਾ ਨਾਂ ਸੂਰਜ ਆ, ਉਸ ਦੇ ਆਲੇ ਦੁਆਲੇ ਧਰਤੀਆਂ ਘੁੰਮਦੀਆਂ ਆ, ਉਹਨਾਂ ਦੇ ਆਲੇ ਦੁਆਲੇ ਚੰਦ ਘੁੰਮਦੇ ਆ। ਏਦਾਂ ਦੀਆਂ ਕਈ ਗੈਲੈਕਸੀਆਂ ਆ, ਏਦਾਂ ਦੇ ਕਈ ਤਾਰੇ ਆ। ਔਰ ਜਿਸ ਵੇਲੇ ਮੈਂ ਤਾਰਾ ਕਹਿੰਦਾ, ਜਿਸ ਵੇਲੇ ਤੁਸੀਂ ਬਾਹਰ ਜਾ ਕੇ ਦੇਖਦੇ ਆ ਉਹ ਤਾਰੇ ਜਿਹੜੇ ਟਮਟਮਾਉਂਦੇ ਉਹ ਸਾਰੇ ਸੂਰਜ ਆ ਜਿਨ੍ਹਾਂ ਦੇ ਦੁਆਲੇ ਏਦਾਂ ਦੀਆਂ ਧਰਤੀਆਂ ਕਈ ਘੁੰਮਦੀਆਂ ਜਿਹਦੇ ਵਿੱਚ ਸਾਰਾ ਕੁਝ ਸਮਾਇਆ ਹੈ। ਉਸਨੇ ਆਪਣੇ ਆਪ ਨੂੰ ਇੱਕ ਇਨਸਾਨ ਦੇ ਜਿਸਮ ਦੇ ਵਿੱਚ ਛੁਪਾ ਕੇ ਇਹ ਧਰਤੀ ਜੋ ਸਰੋਂ ਦੇ ਦਾਣੇ ਤੋਂ ਵੀ ਛੋਟੀ ਆ ਸਾਰੀਆਂ ਚੀਜ਼ਾਂ ਤੋਂ ਬਾਅਦ, ਇਸ ਧਰਤੀ ਦੇ ਉੱਤੇ ਬੈਤਲਹਮ ਜੇ ਸਾਰਾ ਕੁਝ ਅਸੀਂ ਸਭ ਕੁਝ ਦੇਖੀਏ ਲੱਭ ਵੀ ਨਹੀਂ ਸਕਦਾ ਉੱਥੇ। ਔਰ ਧਰਤੀ ਔਰ ਅਸਮਾਨ ਦੇ ਗੱਭੇ ਉਸਨੇ ਆਪਣੀ ਜਾਨ ਦਿੱਤੀ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਉਹ ਪ੍ਰਭੂ ਪਰਮੇਸ਼ਵਰ ਦਾਊਦ ਦੇ ਉੱਤੇ ਨਿਹਾਲ, ਉਸਨੇ ਦਾਊਦ ਨੂੰ ਉਸਦੀ ਮੌਤ ਦਾ ਜੋ ਉਸਨੇ ਆਪਣੇ ਲਈ ਸਜ਼ਾ ਚੁਣੀ ਸੀ, ਪ੍ਰਭੂ ਨੇ ਉਸਨੂੰ ਉਹ ਸਜ਼ਾ ਨਹੀਂ ਦਿੱਤੀ। ਪਰ ਪ੍ਰਭੂ ਨੇ ਉਹ ਜੋ 4 ਗੁਣਾ ਉਸਨੇ ਕਿਹਾ ਸੀ ਉਹ ਹੋ ਦਾਊਦ ਨੂੰ ਉਸੇ ਤਰ੍ਹਾਂ ਪ੍ਰਭੂ ਨੇ ਯੂਜ਼ ਕੀਤਾ, ਹੋ ਲੈਣ ਦਿੱਤਾ ਜਿਸ ਤਰ੍ਹਾਂ ਦਾਊਦ ਨੇ ਆਪਣੇ ਨੌਕਰਾਂ ਨੂੰ ਤਾਂ ਕਿ ਉਸ ਸਾਰੀ ਦੁਨੀਆ ਨੂੰ ਅੱਜ ਸਾਡੇ ਵਰਗੇ ਪੜ੍ਹਨ ਵਾਲਿਆਂ ਨੂੰ ਇਹ ਸਮਝ ਆਏ ਕਿ ਹਰ ਕੋਈ ਜਿਹੜਾ ਕਹਿੰਦਾ ਯੈਸ ਸਰ ਸਾਡਾ ਮਿੱਤਰ ਨਹੀਂਗਾ। ਟਰਸਟ ਮੀ, ਮਿਨਿਸਟਰੀ ਦੇ ਵਿੱਚ ਮੈਂ ਬਹੁਤ ਲੋਕਾਂ ਦੇ ਉੱਤੇ ਟਰਸਟ ਕੀਤਾ। ਅੱਜ ਮੇਰੀ ਪਿੱਠ ਦੇ ਵਿੱਚ ਦੋਨੇ ਪਾਸੇ ਛੁਰੇ। ਉੱਥੋਂ ਮੈਂ ਇੱਕ ਚੀਜ਼ ਸਿੱਖ ਗਿਆ ਕਿ you know what, let them be in the hands of the Lord। ਜੋ ਉਹਨਾਂ ਨੇ ਭਲਾ ਕੀਤਾ ਹੋਏਗਾ ਤਾਂ ਪ੍ਰਭੂ ਉਹਨਾਂ ਨੂੰ ਭਲਾਈ ਦੇਗਾ, ਜੇ ਉਹਨਾਂ ਨੇ ਬੁਰਾ ਕੀਤਾ ਪ੍ਰਭੂ ਨੂੰ ਸਜ਼ਾ ਦੇਗਾ। I moved on, I don't talk about it। Let God be God। God is still God। प्रभु हाले भी प्रभु, जिन्होंने सजा देनी वो सजा दे रही। जिन्होंने हाले नहीं देती कह रहा काम डाउन, तेरा नहीं काम मेरा काम। Give it in the hands of the Lord।
याद रखो ये सब कुछ तां हो रहा युराया जो एक दूजी कौम दे विचों सी, जो अपने देवी देवतियां नूं मनदा सी, उन्हां सब नूं छड्ड के वो प्रभु दे विच आया और प्रभु उसनूं इन्ना प्यार करदा, कल्ला दाऊद नूं प्यार नहीं करदा, यराया नूं भी प्यार करदा कि उसने दाऊद नूं दिखाया कि तू तां खानदान दे विच पैदा होया, तू इज़राइल च पैदा होया, पर जेड़े इज़राइल जिन्हां ने इज़राइल नूं अडॉप्ट किया उन्हां नूं मैं किन्ना प्यार करदा। ये जड़ियां सजावां आउणियां इस करके आउणियां। असी खानदानी मसीही नहीं गए, पर जेड़े खानदानी मसीही आ वो इस चीज नूं इदां नहीं लै सकदे कि असी जो चाहिए वो कर लईए, क्योंकि प्रभु दा हथ साडे नाल उन्हां नाल नहीं जाता। इस चीज नूं हमेशा याद रखो, प्रभु बहुत प्यार करता, प्रभु दे प्यार नूं कदी ना भुल्लो। इत्थों असी इहो ही देखते पए। सो आओ हुण असी अगे चलीए। असी आओ असी 22 आयत तक जिसनूं मिल जाए। मैं ही पढ़ दियां पास्टर जी है जी मेरी भैन। हाँ जी। ਇਹ ਕਾਰਨ ਦੇ ਪਿੱਛੋਂ ਅਮਨੋਨ ਦੇ ਦਿਲ ਵਿੱਚ ਤਮਾਰ ਲਈ ਘਿਰਣਾ ਪੈਦਾ ਹੋ ਗਈ। ਉਹ ਜਿੰਨਾ ਪਹਿਲਾਂ ਉਸ ਨੂੰ ਪਿਆਰ ਕਰਦਾ ਸੀ ਉਨਾ ਹੀ ਹੁਣ ਘਿਰਣਾ ਕਰਨ ਲੱਗਾ। ਇਸ ਲਈ ਉਸਨੇ ਤਮਾਰ ਨੂੰ ਕਿਹਾ, ਇੱਥੋਂ ਨੱਠ ਜਾ। ਤਮਾਰ ਨੇ ਉਸ ਨੂੰ ਉੱਤਰ ਦਿੱਤਾ, ਨਹੀਂ ਭਰਾ, ਮੈਨੂੰ ਇੱਥੋਂ ਘੱਲਣਾ ਤੇਰੇ ਲਈ ਜੋ ਕੁਝ ਪਹਿਲਾਂ ਕੀਤਾ ਹੈ ਉਸ ਤੋਂ ਵੀ ਵੱਡਾ ਅਪਰਾਧ ਹੋਵੇਗਾ। ਪਰ ਅਮਨੋਨ ਨੇ ਉਸ ਦੀ ਨਾ ਸੁਣੀ। ਸੋ ਉਸਨੇ ਆਪਣੇ ਨਿੱਜੀ ਨੌਕਰ ਨੂੰ ਸੱਦ ਕੇ ਕਿਹਾ, ਇਸ ਔਰਤ ਨੂੰ ਇੱਥੋਂ ਬਾਹਰ ਕੱਢ ਕੇ ਦਰਵਾਜ਼ਾ ਬੰਦ ਕਰ ਦੇ। ਨੌਕਰ ਨੇ ਅਮਨੋਨ ਦੇ ਕਹੇ ਅਨੁਸਾਰ ਕੀਤਾ। ਤਮਾਰ ਨੇ ਉਸ ਸਮੇਂ ਰਾਜਿਆਂ ਦੀਆਂ ਕੁਆਰੀਆਂ ਕੁੜੀਆਂ ਵਾਲਾ ਲੰਮਾ ਬਾਹਾਂ ਤੱਕ ਸ਼ਾਹੀ ਪਹਿਰਾਵਾ ਪਹਿਨਿਆ ਹੋਇਆ ਸੀ। ਤਦ ਉਸਨੇ ਆਪਣੇ ਸਿਰ ਸੁਆਹ ਪਾਈ, ਮੂੰਹ ਉੱਤੇ ਕਾਲਕਮਲੀ ਤੇ ਕੱਪੜੇ ਪਾੜ ਕੇ ਰੋਂਦੀ ਹੋਈ ਜਾਣ ਲੱਗੀ। ਪਰ ਉਸਦੇ ਭਰਾ ਅਬਸ਼ਲੋਮ ਨੇ ਉਸ ਨੂੰ ਮਿਲਣ ਤੇ ਕਿਹਾ, ਕੀ ਤੇਰੇ ਭਰਾ ਅਮਨੋਨ ਨੇ ਤੇਰੇ ਨਾਲ ਜ਼ਬਰਦਸਤੀ ਕੀਤੀ ਹੈ? ਪਰ ਤੂੰ ਚਿੰਤਾ ਨਾ ਕਰ, ਉਹ ਤੇਰਾ ਭਰਾ ਹੈ, ਤੂੰ ਇਸ ਬਾਰੇ ਕਿਸੇ ਨੂੰ ਕੁਝ ਨਾ ਕਹਿ। ਸੋ ਤਮਾਰ ਆਪਣੇ ਭਰਾ ਅਬਸ਼ਲੋਮ ਦੇ ਘਰ ਉਦਾਸ ਹੋ ਕੇ ਰਹਿਣ ਲੱਗੀ। ਜਦੋਂ ਰਾਜਾ ਦਾਊਦ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਇਆ। ਪਰ ਅਬਸ਼ਲੋਮ ਅਮਨੋਨ ਨੂੰ ਇੰਨੀ ਘਿਰਣਾ ਕਰਨ ਲੱਗਾ ਕਿ ਉਸਨੇ ਉਸਨੂੰ ਕੋਈ ਵੀ ਬੁਰਾ ਭਲਾ ਸ਼ਬਦ ਨਾ ਕਿਹਾ, ਕਿਉਂਕਿ ਉਸਨੇ ਉਸ ਦੀ ਭੈਣ ਤਮਾਰ ਨਾਲ ਜ਼ਬਰਦਸਤੀ ਕੀਤੀ ਸੀ। ਅਬਸ਼ਲੋਮ ਦਾ ਬਦਲਾ। ਇੱਥੇ ਤੱਕ ਠੀਕ ਹੈ। ਅੱਗੇ ਵੀ ਤੁਸੀਂ ਪੜ੍ਹਦੇ ਹੋ। ਹਾਂ, ਅਸੀਂ ਇੱਥੇ ਪ੍ਰਭੂ ਦੇ ਵਚਨ ਦੇ ਵਿੱਚ ਇਹ ਦੇਖ ਸਕਦੇ ਹਾਂ ਕਿ ਹੁਣ ਦਾਊਦ ਦੀ ਗਿਲਟ ਵਾਪਸ ਆ ਗਈ। ਦਾਊਦ ਦੀ ਇੱਥੇ ਗਿਲਟ ਦੇਖਦੇ ਪਏ ਆ ਕਿ ਉਹਦਾ ਜਿਹੜਾ ਆਪਣਾ ਜਿਹੜਾ ਉਸਦੇ ਅੰਦਰ ਜਿਹੜਾ ਅੱਗੇ ਕਦੀ ਉਹ ਭਾਰ ਨਹੀਂ ਹੋਇਆ ਸੀ, ਉਹ ਕਦੀ ਬੁਰਾਈ ਦਾ ਦੁੱਖ ਨਹੀਂ ਹੋਇਆ ਸੀ, ਹੁਣ ਉਹਦੇ ਅੰਦਰ ਆਪੇ ਹੀ ਆਪਣੇ ਧੀ ਨੂੰ ਉਹਦੇ ਕੋਲ ਘੱਲ ਕੇ, ਜਿਸ ਲਈ ਉਸਨੇ ਬੁਰਾਈ ਕੀਤੀ ਆ, ਉਸਨੇ ਉਸਨੂੰ ਕੋਈ ਸਜ਼ਾ ਨਹੀਂ ਦਿੱਤੀ। ਔਰ ਉਹਨੇ ਲੋਕਾਂ ਦੇ ਸਾਹਮਣੇ ਆਪਣੇ ਕੱਪੜੇ ਪਾੜੇ, ਆਪਣੀ ਸਿਰ ਤੇ ਸੁਆਹ ਪਾਈ। But he did nothing. ਕੱਖ ਨਹੀਂ ਕੀਤਾ, ਕਿਉਂਕਿ ਸ਼ਰਮਿੰਦਾ ਆਪਣੇ ਗੁਨਾਹਾਂ ਤੋਂ ਸ਼ਰਮਿੰਦਾ ਹੈ।
ਕਿ ਜੇ ਆਪਣੇ ਬੇਟੇ ਨੂੰ ਜਾ ਕੇ ਇਹ ਕਹੇਗਾ ਤਾਂ ਉਹ ਵੀ ਤਾਂ ਕਹੇਗਾ ਤੂੰ ਵੀ ਤਾਂ ਬੈਤਸ਼ੇਬਾ ਨਾਲ ਇਦਾਂ ਹੀ ਕੀਤੀ ਸੀ। ਜਿਸੇ ਕਿੱਦਾਂ ਗੁਨਾਹ ਸਾਨੂੰ ਕੱਚੇ ਪੈਰਾਂ ਦੇ ਵਿੱਚ ਕਰ ਦਿੰਦਾ, ਕਿੱਦਾਂ ਗੁਨਾਹ ਸਾਨੂੰ ਬੋਲਣ ਦੇ ਯੋਗ ਨਹੀਂ ਰਹਿਣ ਦਿੰਦਾ। ਇਹੋ ਚੀਜ਼ ਇੱਥੇ ਦੇਖਦੇ ਪਏ, ਗੁਨਾਹ ਉਹਨੂੰ ਬੋਲਣ ਦੇ ਯੋਗ ਨਹੀਂ ਰੱਖਦਾ। ਜੇ ਅਮਨੋਨ ਨੂੰ ਕੁਝ ਕਹਿਣਾ ਵੀ ਮੰਗਦਾ ਆ ਤੇ ਉਹਦਾ ਆਪਣਾ ਗੁਨਾਹ ਸਾਹਮਣੇ ਆ ਜਾਂਦਾ। ਉਹਦੇ ਸਾਹਮਣੇ ਬਤਸ਼ੇਬਾ ਆ ਜਾਂਦੀ ਹੈ। ਬਤਸ਼ੇਬਾ ਨੂੰ ਕੁਝ ਕਹਿ ਨਹੀਂ ਸਕਦਾ ਕਿਉਂਕਿ ਪ੍ਰਭੂ ਨੇ ਬਤਸ਼ੇਬਾ ਨੂੰ ਚੁਣ ਲਿਆ। ਹੁਣ ਪ੍ਰਭੂ ਉਸ ਨੂੰ ਇਹ ਦੱਸ ਰਿਹਾ ਕਿ ਮੈਂ ਕਿਸ ਤਰ੍ਹਾਂ ਮਹਿਸੂਸ ਕਰਦਾ ਪਿਆ ਜਦ ਪਾਪ ਹੁੰਦਾ ਤੇ ਮੇਰੇ ਦਿਲ ਤੇ ਅਸਰ ਕੀ ਹੁੰਦਾ। ਔਰ ਰਾਜਾ ਨੂੰ ਇਹ ਪਤਾ ਹੋਣਾ ਚਾਹੀਦਾ, ਉਹ ਰਾਜਾ ਹੈ, ਉਹ ਸਾਰੇ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਿਹਾ, ਉਹ ਤੋਂ ਸਾਰੇ ਲੋਕ ਸਿੱਖ ਰਹੇ। ਸੋ ਉਹਦੀ ਜ਼ਿੰਦਗੀ ਦੇ ਵਿੱਚ ਜਿਸਲੇ ਪ੍ਰਭੂ ਇਹ ਕਰ ਰਿਹਾ ਤੇ ਇੱਕ ਕਾਰਨ ਮਾਫੀ ਉਸਦੀ ਐਕਸੈਪਟ ਹੋਈ ਆ। ਯੈਸ, ਪ੍ਰਭੂ ਨੇ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜੋ ਉਹਨੇ ਆਪਣੇ ਆਪ ਨੂੰ ਦਿੱਤੀ ਸੀ। ਪਰ ਉਸ ਗੁਨਾਹ ਦੀ ਸਜ਼ਾ ਜੋ ਬੈਤਸ਼ੇਬਾ ਦਾ ਸੀ ਉਸ ਨੂੰ ਮਿਲੀ ਸਜ਼ਾ। ਯੈਸ, ਉਸਦਾ ਪਹਿਲਾ ਬੇਟਾ ਜਾਂਦਾ ਰਿਹਾ। ਬੈਤਸ਼ੇਬਾ ਦਾ ਕਸੂਰ ਘੱਟ ਸੀ। ਯੈਸ, ਪ੍ਰਭੂ ਨੇ ਉਸ ਨੂੰ ਦੁਆਰਾ ਬਰਕਤ ਦਿੱਤੀ, ਉਸ ਨੂੰ ਸੋਲੋਮਨ ਦਿੱਤਾ। ਇਸ ਤੋਂ ਪਹਿਲਾਂ ਕਦੀ ਦੂਸਰੇ ਬੱਚੇ ਦਾ ਨਾਂ ਸਵਰਗ ਤੋਂ ਨਹੀਂ ਘੱਲਿਆ ਗਿਆ, ਸੋਲੋਮਨ ਦਾ ਨਾਂ ਸਵਰਗ ਤੋਂ ਘੱਲਿਆ ਗਿਆ। ਦਾਊਦ ਨੂੰ ਪਤਾ ਸੀ ਕਿ ਇਹਨੇ ਰਾਜਾ ਬਣਨਾ। ਹੁਣ ਪ੍ਰਭੂ ਦੇਖਦਾ ਪਿਆ ਕਿ ਤੂੰ ਤਮਾਰ ਦੇ ਨਾਲ ਕਿੱਦਾਂ ਕੀ ਕਰਦਾ ਪਿਆ। ਮੈਂ ਤਾਂ ਬਤਸ਼ੇਬਾ ਦੇ ਨਾਲ ਇਹ ਕੀਤਾ। ਆਰ ਯੂ ਅ ਜਸਟ ਕਿੰਗ? ਕੀ ਤੂੰ ਨਿਆਂ ਕਰਦਾ ਪਿਆ? He stayed quiet. ਘਰ ਦੇ ਵਿੱਚ ਉਸਨੇ ਆਪਣੇ ਘਰ ਦੇ ਵਿੱਚ ਇੱਕ ਐਸੀ ਜੰਗ ਸ਼ੁਰੂ ਕਰ ਲਈ ਹੈ ਕਿਉਂਕਿ ਜਿਹੜਾ ਪਾਪ ਦਾ ਫੋੜਾ ਹੁੰਦਾ ਨਾ ਇਹ ਬਾਰ-ਬਾਰ ਭਰਦਾ, ਔਰ ਜਿਸਲੇ ਪਸ ਨਿਕਲਦੀ ਤਾਂ ਬਦਬੂਦਾਰ ਨਿਕਲਦੀ ਹੈ ਔਰ ਫਿਰ ਪਸ ਭਰਦੀ ਉਹਦੇ ਵਿੱਚ। ਇੱਕ ਪਾਸਾ ਔਰ ਗੰਦੀ ਬਦਬੂ ਵਾਲੀ ਪਾਸਾ। ਦਾਊਦ ਨਾ ਤਾਂ ਇਸ ਨੂੰ ਫੇਰ ਸਕਦਾ ਕਿਉਂਕਿ ਬਦਬੂ ਨਹੀਂ ਸਹਿ ਸਕਦਾ, ਨਾ ਇਸ ਨੂੰ ਇਗਨੋਰ ਕਰ ਸਕਦਾ। ਸੋ ਉਸਨੇ ਕਿਹਾ ਕਿ ਜੇ ਇਸ ਨੂੰ ਪਿੱਠ ਪਿੱਛੇ ਸੁੱਟ ਦਿੱਤਾ ਜਾਵੇ ਜਿੱਦਾਂ ਉਸਨੇ ਬਤਸ਼ੇਬਾ ਦੇ ਗੁਨਾਹ ਨੂੰ ਪਿੱਠ ਪਿੱਛੇ ਸੁੱਟ ਦਿੱਤਾ ਜਾਏਗਾ, ਇਟ ਵਿਲ ਫਲੋ ਅਵੇ। No, it didn't. ਇਹ ਜਿਹੜੇ ਗੁਨਾਹ ਹੁੰਦੇ ਆ ਪਿੱਠ ਪਿੱਛੇ ਜਿੰਨੇ ਮਰਜ਼ੀ ਸੁੱਟੀ ਇਹ ਨਹੀਂ ਜਾਂਦਾ, ਇਹ ਨਹੀਂ ਜਾਂਦਾ। ਅਬਸ਼ਲੋਮ ਇਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਕਿ ਇਹ ਜੋ ਆਪਣੇ ਆਪ ਨੂੰ ਇੱਕ ਜਸਟ ਰਾਜਾ ਕਹਿ ਰਿਹਾ ਇਹ ਕੀ ਕਰਦਾ? ਕੀ ਇਹ ਮੇਰੀ ਭੈਣ ਨੂੰ ਨਿਆਂ ਦੇਗਾ? She is depressed. ਇੱਕ ਕਲੀ ਵਰਗੀ ਸੁੰਦਰ ਔਰਤ, ਇੱਕ ਧੀ, ਇੱਕ ਬੱਚੀ, ਇੱਕ ਭੈਣ ਜਿਹੜੀ ਉੱਡਦੀ ਫਿਰਦੀ ਹੈ, ਜਿਹੜੀ ਤਿਤਲੀ ਵਾਂਗੂ ਉੱਡਦੀ ਫਿਰਦੀ ਹੈ, ਅੱਜ ਖੂੰਜੇ ਦੇ ਵਿੱਚ ਲੱਗ ਕੇ ਬੈਠੀ ਹੈ। And she just cried and cried and cried.
और अबशलोम अपनी भैन ਨੂੰ बहुत प्यार करता। और दाऊद अब देख रहा कि ਕੀ ਕਰ। दाऊद ने कुछ नहीं किया, he ignored it. He ignored it. ਅਮਨੋਨ ਨੂੰ ਬਹੁਤ, ਅਮਨੋਨ ਨੂੰ ਪਿਆਰ ਕਰਦਾ। ਉਹ ਕਹਿੰਦਾ ਕਿ ਜਿਸ ਲਈ ਅਸੀਂ ਇਕੱਠੇ ਬਹਿਨੇ ਇਸ ਚੀਜ਼ ਨੂੰ ਟੇਬਲ ਤੇ ਵੀ ਨਾ ਆਉਣ ਦੇ ਕਰਦੇ। ਅਬਸ਼ਲੋਮ ਨੇ ਉਸ ਟੇਬਲ ਤੇ ਆਉਣਾ ਹੀ ਬੰਦ ਕਰ ਦਿੱਤਾ। उसने बाप ने दसता मैं बिजी हाँ, मैं अपना काम करता, जो कुछ मैंने तू दिता मैं कर रहा। अज असी सिर्फ 23 तो लैके 39 तक पढ़ांगे कल नूं। ਅਬਸ਼ਲੋਮ ਦਾ ਬਦਲਾ। 2 ਸਾਲਾਂ ਦੇ ਪਿੱਛੋਂ ਅਬਸ਼ਲੋਮ ਆਪਣੀਆਂ ਭੇਡਾਂ ਦੀ ਉੱਨ ਕੁਤਰਨ ਲਈ ਇਫਰਾਈਮ ਦੇ ਇਲਾਕੇ ਵਿੱਚ ਬਾਲ ਸ਼ੋਰ ਦੀ ਥਾਂ ਉੱਤੇ ਗਿਆ ਤਾਂ ਉਸਨੇ ਰਾਜਾ ਦੇ ਸਭ ਪੁੱਤਰਾਂ ਨੂੰ ਉੱਥੇ ਸੱਦਿਆ। ਅਬਸ਼ਲੋਮ ਨੇ ਆਪ ਰਾਜਾ ਕੋਲ ਜਾ ਕੇ ਕਿਹਾ, ਮੈਂ ਆਪਣੀਆਂ ਭੇਡਾਂ ਦੀ ਉੱਨ ਕੁਤਰਨ ਜਾ ਰਿਹਾ ਹਾਂ, ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਅਧਿਕਾਰੀਆਂ ਨੂੰ ਲੈ ਕੇ ਉੱਥੇ ਭੋਜ ਦੇ ਲਈ ਆ। ਪਰ ਰਾਜਾ ਨੇ ਉੱਤਰ ਦਿੱਤਾ, ਨਹੀਂ ਮੇਰੇ ਪੁੱਤਰ, ਅਸੀਂ ਸਾਰੇ ਨਹੀਂ ਆ ਸਕਦੇ ਹਾਂ, ਤੇਰੇ ਲਈ ਇਹ ਬਹੁਤ ਹੋ ਜਾਵੇਗਾ। ਅਬਸ਼ਲੋਮ ਜਿੱਦ ਕਰਨ ਲੱਗਾ ਪਰ ਰਾਜਾ ਨੇ ਉਸਦੀ ਨਾ ਮੰਨੀ ਤੇ ਉਸਨੂੰ ਸੀਸ ਦੇ ਕੇ ਘੱਲ ਦਿੱਤਾ। ਤਦ ਅਬਸ਼ਲੋਮ ਨੇ ਕਿਹਾ, ਘੱਟ ਤੋਂ ਘੱਟ ਮੇਰੇ ਭਰਾ ਅਮਨੂਨ ਹੀ ਮੇਰੇ ਨਾਲ ਘੱਲ ਦੇਵੋ। ਰਾਜਾ ਨੇ ਕਿਹਾ, ਕਿਉਂ, ਉਹ ਕਿਉਂ ਆਵੇ? ਪਰ ਅਬਸ਼ਲੋਮ ਦੇ ਬਹੁਤ ਜਿੱਦ ਕਾਰਨ ਤੇ ਰਾਜਾ ਨੇ ਅਮਨੂਨ ਅਤੇ ਆਪਣੇ ਬਾਕੀ ਦੇ ਸਭ ਪੁੱਤਰਾਂ ਨੂੰ ਉਸਦੇ ਨਾਲ ਜਾਣ ਦਿੱਤਾ। ਸੋ ਅਬਸ਼ਲੋਮ ਨੇ ਸ਼ਾਹੀ ਭੋਜ ਤਿਆਰ ਕੀਤਾ। ਅਬਸ਼ਲੋਮ ਨੇ ਆਪਣੇ ਨੌਕਰਾਂ ਨੂੰ ਇਹ ਆਗਿਆ ਦਿੱਤੀ, ਤੁਸੀਂ ਚੌਕਸ ਰਹਿਣਾ ਤੇ ਦੇਖਣਾ ਕਿ ਅਮਨੂਨ ਕਦੋਂ ਪੂਰੀ ਤਰ੍ਹਾਂ ਨਾਲ ਨਸ਼ੇ ਵਿੱਚ ਹੈ। ਮੈਂ ਉਸ ਵੇਲੇ ਉਸ ਨੂੰ ਕਤਲ ਕਰਨ ਦੇ ਲਈ ਇਸ਼ਾਰਾ ਕਰਾਂਗਾ ਅਤੇ ਤੁਸੀਂ ਬਿਨਾਂ ਝਿਜਕਦੇ ਉਸ ਉੱਤੇ ਹੱਲਾ ਬੋਲ ਕੇ ਉਸ ਨੂੰ ਮਾਰ ਦੇਣਾ। ਤੁਸੀਂ ਤਕੜੇ ਰਹਿਣਾ, ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰਨਾ, ਕਿਉਂਕਿ ਇਸ ਸਭ ਦੀ ਜ਼ਿੰਮੇਵਾਰੀ ਮੇਰੇ ਉੱਤੇ ਹੋਵੇਗੀ। ਅਬਸ਼ਲੋਮ ਦੇ ਨੌਕਰਾਂ ਨੇ ਠੀਕ ਉਸ ਦੇ ਕਹੇ ਅਨੁਸਾਰ ਕੀਤਾ ਅਤੇ ਅਮਨੂਨ ਨੂੰ ਕਤਲ ਕਰ ਦਿੱਤਾ। ਇਹ ਦੇਖ ਕੇ ਦਾਊਦ ਦੇ ਬਾਕੀ ਦੇ ਪੁੱਤਰ ਆਪਣੀਆਂ ਖੱਚਰਾਂ ਉੱਤੇ ਬੈਠ ਕੇ ਉੱਥੋਂ ਦੌੜ ਗਏ। ਦਾਊਦ ਦੇ ਪੁੱਤਰ ਅਜੇ ਰਾਹ ਵਿੱਚ ਹੀ ਸਨ ਕਿ ਕਿਸੇ ਨੇ ਉਸ ਨੂੰ ਜਾ ਕੇ ਦੱਸਿਆ, ਤੇਰੇ ਸਭ ਪੁੱਤਰਾਂ ਨੂੰ ਅਬਸ਼ਲੋਮ ਨੇ ਕਤਲ ਕਰ ਦਿੱਤਾ ਹੈ। ਇਹ ਸੁਣਦੇ ਸਾਰ ਰਾਜਾ ਦਾਊਦ ਨੇ ਉੱਠ ਕੇ ਆਪਣੇ ਸਭ ਕੱਪੜੇ ਪਾੜ ਸੁੱਟੇ ਤੇ ਜ਼ਮੀਨ ਉੱਤੇ ਬੈਠ ਗਿਆ। ਉਸ ਦੇ ਸਭ ਨੌਕਰਾਂ ਨੇ ਵੀ ਇਸੇ ਤਰ੍ਹਾਂ ਕੀਤਾ। ਪਰ ਦਾਊਦ ਦੇ ਭਰਾ ਸ਼ਿਮਿਆ ਦੇ ਪੁੱਤਰ ਜੋਨਾਦਾਬ ਨੇ ਰਾਜਾ ਦਾਊਦ ਨੂੰ ਕਿਹਾ, ਮਹਾਰਾਜ ਇਹ ਸੱਚ ਨਹੀਂ ਹੈ, ਤੁਹਾਡੇ ਸਾਰੇ ਪੁੱਤਰ ਮਾਰੇ ਗਏ ਹਨ। ਅਬਸ਼ਲੋਮ ਨੇ ਕੇਵਲ ਅਮਨੂਨ ਨੂੰ ਕਤਲ ਕੀਤਾ ਹੈ, ਕਿਉਂਕਿ ਉਸਨੇ ਅਮਨੂਨ ਨੂੰ ਮਾਰਨ ਦਾ ਫੈਸਲਾ ਉਸੇ ਦਿਨ ਹੀ ਕਰ ਲਿਆ ਸੀ ਜਿਸ ਦਿਨ ਅਮਨੂਨ ਨੇ ਉਸਦੀ ਭੈਣ ਤਮਾਰ ਨਾਲ ਜ਼ਬਰਦਸਤੀ ਕੀਤੀ ਸੀ। ਸੋ ਮਹਾਰਾਜ, ਇਸ ਖਬਰ ਉੱਤੇ ਵਿਸ਼ਵਾਸ ਨਾ ਕਰੋ ਕਿ ਤੁਹਾਡੇ ਸਾਰੇ ਪੁੱਤਰ ਕਤਲ ਹੋ ਚੁੱਕੇ ਹਨ, ਸਗੋਂ ਕੇਵਲ ਅਮਨੂਨ ਹੀ ਕਤਲ ਹੋਇਆ ਹੈ। ਇੰਨੇ ਵਿੱਚ ਅਬਸ਼ਲੋਮ ਫਰਾਰ ਹੋ ਗਿਆ। ਉਸ ਸਮੇਂ ਇੱਕ ਪਹਿਰੇਦਾਰ ਨੇ ਪਹਾੜੀ ਰਾਹ ਉੱਤੇ ਬਹੁਤ ਸਾਰੇ ਲੋਕਾਂ ਨੂੰ ਆਉਂਦੇ ਦੇਖਿਆ। ਉਸਨੇ ਜੋ ਕੁਝ ਦੇਖਿਆ ਜਾ ਕੇ ਰਾਜਾ ਨੂੰ ਦੱਸਿਆ। ਜੋਨਾਦਾਬ ਨੇ ਦਾਊਦ ਨੂੰ ਕਿਹਾ, ਇਹ ਤੁਹਾਡੇ ਪੁੱਤਰ ਹੀ ਆ ਰਹੇ ਹਨ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ। ਅਜੇ ਉਹ ਇਹ ਕਹਿ ਹੀ ਰਿਹਾ ਸੀ ਕਿ ਦਾਊਦ ਦੇ ਪੁੱਤਰ ਉੱਥੇ ਪਹੁੰਚ ਗਏ ਅਤੇ ਉੱਥੇ ਪਹੁੰਚਦਿਆਂ ਹੀ ਰੋਣ ਲੱਗ ਪਏ। ਦਾਊਦ ਅਤੇ ਉਸਦੇ ਅਧਿਕਾਰੀ ਵੀ ਰੋਣ ਲੱਗੇ। ਅਬਸ਼ਲੋਮ ਉੱਥੋਂ ਫਰਾਰ ਹੋ ਕੇ ਗਸੂਰ ਦੇ ਰਾਜਾ ਅਮੀਹੂਰ ਦੇ ਪੁੱਤਰ ਤਲਮੀ ਕੋਲ ਚਲਾ ਗਿਆ। ਪਰ ਦਾਊਦ ਆਪਣੇ ਪੁੱਤਰ ਅਮਨੂਨ ਲਈ ਸੋਗ ਕਰਦਾ ਰਿਹਾ। ਅਬਸ਼ਲੋਮ ਗਸ਼ੂਰ ਵਿੱਚ ਪੂਰੇ 3 ਸਾਲ ਰਿਹਾ। ਸੋ ਜਦੋਂ ਦਾਊਦ ਨੇ ਅਮਨੂਨ ਵੱਲੋਂ ਧੀਰਜ ਕਰ ਲਿਆ, ਜੋ ਮਰ ਹੀ ਚੁੱਕਾ ਸੀ, ਤਾਂ ਉਸ ਦਾ ਅਬਸ਼ਲੋਮ ਨੂੰ ਮਿਲਣ ਲਈ ਜੀ ਕਰਨ ਲੱਗਾ। ਆਮੀਨ। ਸੋ ਪਹਿਲਾਂ ਦਾਊਦ ਦਾ ਇੱਕ ਪੁੱਤਰ ਬਸ਼ੀਬਾ ਤੋਂ ਮਰਿਆ, ਉਸਨੇ 4 ਗੁਣਾ ਕਿਹਾ ਸੀ। ਪਹਿਲਾ ਪੁੱਤਰ ਉਸਦਾ ਬਸ਼ੀਬਾ ਤੋਂ ਮਰਿਆ, ਹੁਣ ਉਸਦਾ ਪੁੱਤਰ ਅਮਨੋਨ ਮਰਿਆ। ਉਸਨੇ ਜੋ ਬਸ਼ੀਬਾ ਦੇ ਨਾਲ ਕੀਤਾ ਸੀ ਉਹ ਅਮਨੋਨ ਨੇ ਕੀਤਾ, ਉਹਦੇ ਘਰ 'ਚ ਹੋਇਆ। ਔਰ ਅਸੀਂ ਇੱਥੇ ਤੱਕ ਇਹ ਦੇਖਿਆ ਕਿ ਪ੍ਰਭੂ ਨੇ ਅੱਧਾ ਜਿਹੜਾ ਉਹਦਾ ਪਾਪ ਆ ਕਿ ਉਹਦੀ ਜ਼ਿੰਦਗੀ ਨਹੀਂ ਗਈ।
लेकिन प्रभु ने अपना न्याय भी रखा, अपनी बरकत भी रखी और अपनी दया भी रखी। दया न्याय तो बगैर अधूरी होती है। प्रभु ने अपना न्याय भी दाऊद दे नाल रखा और अपनी दया भी रखी। कल नूं ਅਸੀਂ ਜ਼ਬੂਰਾਂ ਦੇ ਵਿੱਚ ਜਾ ਕੇ ਦਾਊਦ ਦੇ ਭਜਨਾਂ ਦੇ ਵਿੱਚ ਜਾ ਕੇ ਇਹਨਾਂ ਚੀਜ਼ਾਂ ਨੂੰ ਦੇਖਾਂਗੇ, ਜਿਹਦੇ ਵਿੱਚ ਉਸਦੇ ਰੋਣ ਦੀ ਆਵਾਜ਼ ਵੀ ਹੋਏਗੀ, ਉਸਦੇ ਦਿਲ ਦੀ ਆਵਾਜ਼ ਵੀ ਹੋਏਗੀ ਔਰ ਉਸਦੇ ਸਵਾਲ ਵੀ ਹੋਣਗੇ ਪ੍ਰਭੂ ਦੇ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ ਸਮੇਂ ਦੇ ਲਈ। तू साडा महान परमेश्वर आ, तू दयालु आ, कृपालु आ, गुस्सा करन च समर्थ। दाऊद ने सचमुच सब कुछ प्रभु जी मूसा तो लिया सी और अपने आप को पेश किया। मूसा समय भी प्रभु जी जिन्हां ने वो बच्चा बनाया सी, जिन्हां ने बच्चे की पूजा की सी, उन्होंने सजा मिली। जिन्हां ने अपने आप को पिछे रखा उन्होंने बरकत मिली। राजा दाऊद प्रभु जी सारी दुनिया दे लई एक एग्जाम्पल आ, जिथे जिथे भी क्रिश्चियन बैठा उसदे लई एक एग्जाम्पल। सो प्रभु जी तू तेरे वचन च जिस तरह लिखा कि मापियां दा बदला तू जरूर लेना। असी तेरा शुक्र करते हैं कि खुदावन ये सजा दाऊद ने, प्रभु ने दाऊद नूं नहीं दिती, दाऊद ने दाऊद नूं दिती, पर प्रभु ने उस दे विच बहुत कुछ घटा दिता, बहुत कुछ घटा दिता। और सब तो बड़ी दया प्रभु जी कि बतशेबा दे राही तो प्रभु जी उसका राज नूं कायम रखे, बतशेबा दे राही तो नबियां दी लाइन नूं कायम रखे, उसनूं भी बरकत दित्ती, क्योंकि उसका कोई जोर नहीं सी। वचन कितना साफ आ तेरा प्रभु, सचमुच निमाणियां दा मान तू, बेओटां दी ओट तू, बेआसरियां दा आसरा तू। और जो प्यार दे योग ने, प्यार सिर्फ तू। प्यारे प्रभु, बुरे और बुराई तो सानू बचा के रखना, अपनी नजदीकी दे विच बना के रखना, मसीह यसू दे मिठे और प्यारे नाम च सारे भैन भरा। ब्लेस यू। कल नूं मिलांगे और कल नूं हुण असीं इस वचन दे विच